ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ 94 ਖਬਰਾਂ। ਕਿਸਾਨਾਂ ਨੇ ਦੇਸ਼ ਭਰ ਵਿੱਚ ਰੋਕੀਆਂ ਰੇਲਾਂ, 12 ਤੋਂ 4 ਵਜੇ ਤੱਕ ਕੀਤਾ ਚੱਕਾ ਜਾਮ। ਕਾਂਗਰਸ ਦੀ 7 ਨਗਰ ਨਿਗਮਾਂ ਉੱਤੇ ਹੋਈ ਜਿੱਤ। ਰਿਲਾਇੰਸ ਪੈਟਰੋਲ ਪੰਪ ਉੱਤੇ ਖੇਤੀ ਕਾਨੂੰਨਾਂ ਖਿਲਾਫ ਧਰਨਾ ਜਾਰੀ। ਟੂਲ ਕਿਟ ਮਾਮਲੇ ਵਿੱਚ 7ਵੇਂ ਨਾਮ ਦਾ ਖੁਲਾਸਾ। ਪੁਲਿਸ ਰਡਾਰ ਉੱਤੇ ਧਾਲੀਵਾਲ ਦੀ ਸਹਿਯੋਗੀ ਅਨੀਤਾ। ਲਾਲ ਕਿਲਾ ਹਿੰਸਾ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਹੋਇਆ ਗ੍ਰਿਫਤਾਰ। ਨਨਕਾਣਾ ਸਾਹਿਬ ਸਾਕਾ ਉੱਤੇ ਸਿੱਖ ਆਗੂਆਂ ਵੱਲੋਂ ਅੰਤਰਰਾਸ਼ਟਰੀ ਜ਼ੂਮ ਮੀਟਿੰਗ ਦਾ ਕੀਤਾ ਗਿਆ ਆਯੋਜਨ। ਯੋਨ ਉਤਪੀੜਨ ਦੇ ਦੋਸ਼ਾਂ ਤੋਂ ਬਰੀ ਹੋਏ ਸਾਬਕਾ CGI ਰੰਜਨ ਗੋਗੋਈ, ਸੁਪਰੀਮ ਕੋਰਟ ਨੇ ਬੰਦ ਕੀਤਾ ਮਾਮਲਾ। ਦੇਸ਼ ਧਰੋਹ ਬਾਰੇ ਅਦਾਲਤ ਦੇ ਫੈਸਲੇ ਦਾ ਟਕੇਤ ਵੱਲੋਂ ਸਵਾਗਤ, ਕਿਹਾ ਹੈ ਕਿਸਾਨਾਂ ਦੇ ਹੱਕ ਦਾ ਸੰਘਰਸ਼। ਦਿਸ਼ਾ ਰਵੀ ਦੀ ਹਾਈ ਕੋਰਟ ਵਿੱਚ ਪਟੀਸ਼ਨ, ਨਿੱਜੀ ਚੈਟ ਲੀਕ ਨਾ ਕਰੇ ਦਿੱਲੀ ਪੁਲਿਸ। ਕੈਨੇਡਾ ਵਿੱਚ ਕੋਵਿਡ ਟੈਸਟ ਨਾ ਕਰਾਉਣ ਉੱਤੇ $750 ਦਾ ਜੁਰਮਾਨਾ। ਬਾਈਡਨ ਨੇ ਚੀਨ ਨੂੰ ਦਿੱਤੀ ਚੇਤਾਵਨੀ। ਦੁਬਈ ਦੀ ਰਾਜਕੁਮਾਰੀ ਦੇ ਬੰਦਕ ਬਣਾਏ ਜਾਣ ਦੀ ਖਬਰ ਤੋਂ ਬਾਅਦ ਕਹਾਣੀ ਵਿੱਚ ਨਵਾਂ ਮੋੜ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਦੇ ਵਿਚਕਾਰ ਖਿੱਚੋਤਾਣ ਬਰਕਰਾਰ ਹੈ। ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉੱਤੇ ਡਟੇ ਹੋਏ ਨੇ, ਦੂਜੇ ਪਾਸੇ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ। ਆਪਣੀਆਂ ਮੰਗਾਂ ਨਾ ਪੂਰੀਆਂ ਹੁੰਦੀਆਂ ਵੇਖ ਕਿਸਾਨ ਹੁਣ ਹੋਰ ਰੋਹ ਵਿੱਚ ਦਿਖਾਈ ਦੇ ਰਹੇ ਨੇ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਡਾ ਸੰਘਰਸ਼ ਹੁਣ ਹੋਰ ਤੇਜ਼ ਹੋਵੇਗਾ। ਇਸ ਤਹਿਤ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਰੇਲ ਰੋਕੋ ਅਭਿਆਨ ਚਲਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਰੇਲ ਰੋਕੋ ਤਹਿਤ ਦੇਸ਼ ਭਰ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲਾਂ ਥਾਂ-ਥਾਂ ਉੱਤੇ ਰੋਕ ਦਿੱਤੀਆਂ। ਦੱਖਣੀ ਰਾਜਾਂ ਸਮੇਤ ਪੂਰਬੀ ਰਾਜਾਂ ਵਿੱਚ ਵੀ ਰੇਲ ਗੱਡੀਆਂ ਰੋਕੀਆਂ ਗਈਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਬਿਆਸ ਰੇਲਵੇ ਸਟੇਸ਼ਨ ਉੱਤੇ ਰੇਲ ਪਟੜੀਆਂ ਉੱਤੇ ਬੈਠ ਕੇ ਰੇਲਾਂ ਰੋਕੀਆਂ ਗਈਆਂ। ਇਸ ਮੌਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਪਰਾਲੀ ਸਾੜਨ ਦਾ ਬਿੱਲ ਰੱਦ ਕਰਵਾਉਣ ਦੀ ਮੰਗ ਰੱਖੀ ਗਈ। ਹਰਿਆਣਾ ਦੇ ਪਲਵਲ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਰੇਲਵੇ ਟਰੈਕਾਂ ਉੱਤੇ ਧਰਨਾ ਦੇ ਕੇ ਰੇਲ ਆਵਾਜਾਈ ਜਾਮ ਕੀਤੀ। ਇਸ ਮੌਕੇ ਇੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਮੌਜੂਦ ਸਨ। ਕਿਸਾਨਾਂ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਉੱਤੇ ਇਕੱਠੇ ਹੋ ਕੇ ਦਿੱਲੀ ਤੇ ਕਟਰਾ ਜੰਮੂ ਤੋਂ ਆਉਣ ਵਾਲੀਆਂ ਰੇਲਾਂ ਰੋਕੀਆਂ। ਕਿਸਾਨਾਂ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਪੰਜਾਬ ਤੇ ਹੋਰਾਂ ਸੂਬਿਆਂ ਵਿੱਚ ਵੀ ਰੇਲ ਰੋਕੋ ਅੰਦੋਲਨ ਨੂੰ ਭਰਮਾ ਹੁੰਗਾਰਾ ਮਿਲਿਆ। ਕੋਈ BJP ਦੇ ਲੀਡਰ ਕਿਸਾਨਾਂ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰ ਰਹੇ। ਅਸੀਂ ਇੱਕ ਦਿਨ ਜੋ ਲੁਧਿਆਣੇ ਦੇ ਵਿੱਚ ਵੀ ਲੀਡਰ ਵੀ ਗਲਤ ਬਿਆਨਬਾਜ਼ੀ ਕਰ ਰਹੇ, ਉਹਨਾਂ ਦੀ ਵੀ ਅਸੀਂ ਇੱਕ ਦਿਨ 3-4 ਦਿਨ ਹੋ ਗਏ ਅਸੀਂ ਲੁਧਿਆਣੇ ਦੇ ਵਿੱਚ ਵੀ ਇੱਕ ਟਰੈਕਟਰ ਮਾਰਚ ਕੱਢਿਆ ਸੀ। ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇ ਕੇ ਆਏ ਹਾਂ, ਜੇ ਤੁਸੀਂ ਇਹ ਆਪਣੀ ਭੈੜੀ ਬਿਆਨਬਾਜ਼ੀ ਬੰਦ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਘਰਾਂ ਦਾ ਵੀ ਘਿਰਾਓ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਸਾਰੀ ਦਾਲ ਹੀ ਕਾਲੀ ਆ। ਜਦੋਂ ਉਹ ਆਪ ਮੰਨ ਗਏ ਆ, ਕੱਲੇ ਆ ਜਿਹੜਾ ਪੁਆਇੰਟ ਆ, ਸਾਡੇ ਕਿਸਾਨ ਜਿਹੜੇ ਉੱਥੇ ਮੀਟਿੰਗ ਜਾਂਦੇ ਆ ਪ੍ਰਧਾਨ, ਉਹਨਾਂ ਨੇ ਕੱਲਾ ਪੁਆਇੰਟ ਡਿਸਕਸ ਕੀਤਾ ਔਰ ਉਹ ਮੰਨ ਗਏ ਹਾਂਜੀ ਆ ਵੀ ਗਲਤ ਹੈ, ਆ ਵੀ ਆ। ਹੁਣ ਤਾਂ ਪ੍ਰੈਸਟੀਜ ਇਸ਼ੂ ਲੈ ਕੇ ਬੈਠੇ ਆ, ਇਹਨਾਂ ਨੂੰ ਰੀਪੀਲ ਕਰਨ। ਪ੍ਰੈਸਟੀਜ ਇਸ਼ੂ ਲੈ ਕੇ ਬੈਠੇ ਆ ਵੀ ਅਸੀਂ ਇਹਨਾਂ ਨੂੰ 2 ਸਾਲ ਲਈ ਰੋਕ ਦਿੰਦੇ ਆ, ਅਸੀਂ ਇੱਦਾਂ ਕਰ ਲੈਂਦੇ। ਅਗਰ ਤੁਸੀਂ 2 ਸਾਲ ਲਈ ਰੋਕਦੇ, ਇਟ ਮੀਨ ਕਿ ਉਹਦੇ ਵਿੱਚ ਕਹਿੰਦੇ ਨਾ ਦਾਲ ਦੇ ਸਾਰੀ ਦਾਲ ਹੀ ਕਾਲੀ ਆ। ਉਹ ਸਾਰੇ ਕਾਨੂੰਨ ਤੁਸੀਂ ਇਹਨਾਂ ਨੂੰ ਰੀਪੀਲ ਕਰੋ, ਨਵੇਂ ਸਿਰਿਓਂ ਕਿਸਾਨਾਂ ਨੂੰ ਨਾਲ ਬਿਠਾਓ, ਕਿਸਾਨਾਂ ਦੇ ਜਿਹੜੇ ਹਿੱਤ 'ਚ ਹੋਣ ਉਹ ਤੁਸੀਂ ਕਾਨੂੰਨ ਬਣਾਓ। ਇਹ ਕਿਸਾਨਾਂ ਦੇ ਅਗੇਂਸਟ ਹੈ। ਮੈਂ ਤੁਹਾਨੂੰ ਦੱਸਦਾ ਆ, ਪੰਜਾਬ ਜਿਹੜੀ ਸਟੇਟ ਹੈ ਇਹ ਐਗਰੀਕਲਚਰ ਸਟੇਟ ਹੈ, ਭਾਵੇਂ ਲਹਿੰਦਾ ਪੰਜਾਬ ਆ ਭਾਵੇਂ ਚੜ੍ਹਦਾ ਪੰਜਾਬ ਹੈ। ਹਰਿਆਣਾ ਆ ਇਹਦੇ ਵਿੱਚੋਂ ਅਲੱਗ ਹੋਇਆ। ਪੰਜਾਬ ਹਰਿਆਣਾ ਦੇ ਵਿੱਚ ਮੰਡੀ ਸਿਸਟਮ ਜਿਹੜਾ ਆ ਸਰਕਾਰੀ ਬਹੁਤ ਵਧੀਆ। ਇੱਕ ਦਾਣਾ ਸਰਕਾਰਾਂ ਆਪਣਾ ਫਰਜ਼ ਸਮਝ ਕੇ ਖਰੀਦੀਆਂ। ਉਹਨੂੰ ਜਿਹੜੀ FCI ਆ ਉਹ ਕੇਂਦਰੀ ਪੂਲ ਦੇ ਵਿੱਚ ਜਿਹੜਾ ਜਾਂਦਾ ਇੱਕ ਦਾਣਾ। ਔਰ ਅਗਰ ਤੁਸੀਂ FCI ਤੋੜ ਦਿਓਗੇ, ਮੁਲਾਜ਼ਮ ਵੀ ਬੇਰੁਜ਼ਗਾਰ ਹੋ ਜਾਊਗਾ ਔਰ ਉਹ ਜਿਹੜੀ ਕਿ ਸਾਡੀ ਜਿਣਸ ਆ ਉਹ ਹੱਥ ਖੜੇ ਕਰ ਜਾਊਗੀ। ਤੋੜ ਦੇਣੀ ਇਹਨਾਂ ਨੇ FCI। ਤੇ ਜਦੋਂ ਉਹਨਾਂ ਦੇ ਕੋਲ ਜਾਊਗਾ ਅਡਾਨੀਆਂ ਕੋ, ਉਹ ਆਪਣਾ ਇਹਨੂੰ ਸਟਾਕ ਕਰਨਗੇ, ਭੰਡਾਰ ਕਰਨਗੇ, ਆਪਣੀ ਮਰਜ਼ੀ ਨਾਲ ਸਾਲ ਬਾਅਦ ਡਬਲ ਰੇਟ ਕਰਕੇ ਵੇਚਣਗੇ। ਇਸ ਕਰਕੇ ਇਹ ਜਿਹੜੇ ਕਾਨੂੰਨ ਆ ਇਹ ਮੋਦੀ ਸਾਹਿਬ ਨੂੰ ਚਾਹੀਦਾ ਸੀ ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਜਿਹੜੇ ਸੈਂਟਰਲ ਅਦਾਰੇ ਘਾਟੇ 'ਚ ਗਏ ਆ, ਚਾਹੇ ਉਹ BSNL ਹੈ, FCI ਆ, ਕੋਲ ਇੰਡੀਆ ਆ, 에ਅਰ ਇੰਡੀਆ ਆ, ਹੋਰ ਬਹੁਤ ਸਾਰੇ ਜਿਹੜੇ ਅਦਾਰੇ ਗਏ ਆ। ਇਹ ਜੇ ਉਦੋਂ ਪਹਿਲੀਆਂ ਸਰਕਾਰਾਂ ਦੇ ਟਾਈਮ ਘਾਟੇ 'ਚ ਸੀ ਤੇ ਮੋਦੀ ਸਾਹਿਬ ਤੁਹਾਡੀਆਂ ਸਰਕਾਰਾਂ 'ਚ ਪ੍ਰੋਫਿਟ 'ਚ ਕਿਉਂ ਨਹੀਂ ਆਏ? ਤੁਸੀਂ ਦੇਖੋ ਇਹਨਾਂ ਨੇ ਰੇਲਾਂ ਵੀ ਅਡਾਨੀ ਨੂੰ ਦੇ ਦਿੱਤੀਆਂ ਰੇਲਾਂ। ਔਰ ਮੇਰਾ ਟਰਾਂਸਪੋਰਟ ਦਾ ਬਿਜ਼ਨਸ ਹੈ,
ਉੱਥੇ ਜਿੱਥੇ ਇਹਨਾਂ ਨੇ ਸਾਈਲੋ ਬਣਾਏ ਆ ਉੱਥੇ ਰੇਲ ਇਹਨਾਂ ਨੇ ਟਰੈਕ ਇਹਨਾਂ ਨੂੰ ਬਣਾ ਕੇ ਦੇਣਾ। ਉੱਥੋਂ ਹੁਣ ਅਸੀਂ ਟਰੱਕਾਂ ਨਾਲ ਢੋਨੇ ਆ ਮਾਲ, ਫਿਰ ਇਹ ਰੇਲਾਂ ਤੇ ਲੈ ਕੇ ਜਾਊਗੇ। ਲੇਬਰ ਵੀ ਆਪਣੀ ਲੈ ਕੇ ਆਊਗੇ ਉਧਰੋਂ ਗੁਜਰਾਤੀ ਮਹਾਰਾਸ਼ਟਰ ਦੀ, ਸਾਡੀ ਲੇਬਰ ਬੇਕਾਰ ਹੋ ਜਾਊਗੀ, ਸਾਡੇ ਟਰੱਕ ਖੜ ਜਾਣਗੇ, ਅਸੀਂ ਭੁੱਖੇ ਮਰਾਂਗੇ। ਇਸ ਲਈ ਇਹ ਇੱਕ ਆਪਣੇ ਮਿੱਤਰਾਂ ਨੂੰ ਫਾਇਦੇ ਪਹੁੰਚਾਉਣ ਲਈ ਮੋਦੀ ਸਾਹਿਬ ਯਾਰੀ ਪਗਾ ਰਹੇ ਆ, ਕਿਉਂਕਿ ਉਹਨਾਂ ਦਾ ਇਹਨਾਂ ਨੇ ਪਲੇਨ ਜਿਹੜਾ ਇਲੈਕਸ਼ਨ 'ਚ ਵਰਤਿਆ, ਹਜ਼ਾਰਾਂ ਕਰੋੜ ਉਹਨਾਂ ਨੇ ਇਹਨਾਂ ਨੂੰ ਇਲੈਕਸ਼ਨ 'ਚ ਫੰਡ ਦਿੱਤਾ ਅਡਾਨੀਆਂ ਅੰਬਾਨੀਆਂ ਨੇ। ਤੁਸੀਂ ਸਾਡਾ ਗਲਾ ਕੱਟ ਕੇ ਤਾਂ ਨਾ ਉਹਨਾਂ ਨੂੰ ਫਾਇਦੇ ਦਿਓ। ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਹੁਕਮਰਾਨ ਧਿਰ ਕਾਂਗਰਸ ਦੀ ਝੰਡੀ ਰਹੀ ਹੈ। ਕਾਂਗਰਸ ਨੇ 7 ਨਗਰ ਨਿਗਮਾਂ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਬਠਿੰਡਾ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬੀ ਕੀਤੀ ਹੈ। ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ। ਕਾਂਗਰਸ ਪਾਰਟੀ ਨੇ 50 ਵਾਰਡਾਂ ਚੋਂ 37 ਵਾਰਡਾਂ ਵਿੱਚ 49 ਫਿਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ 13 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਹੈ, ਜਦਕਿ ਅਕਾਲੀ ਦਲ ਅਤੇ ਭਾਜਪਾ ਇੱਥੇ ਆਪਣਾ ਖਾਤਾ ਵੀ ਖੋਲ੍ਹਣ 'ਚ ਅਸਮਰਥ ਰਹੇ ਨੇ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਧਰਨਾ 141ਵੇਂ ਦਿਨ ਵਿੱਚ ਜਾਰੀ ਰਿਹਾ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੋਟੀਆ, ਬਲਜੀਤ ਸਿੰਘ ਗੋਬਿੰਦਗੜ੍ਹ ਤੇ ਹੋਰਾਂ ਸਾਥੀਆਂ ਦੇ ਨਾਲ ਜਿਹੜਾ ਧਰਨਾ ਹੈ ਉਹ ਜਾਰੀ ਰਿਹਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਲੋਕਾਂ ਦਾ ਹੜ੍ਹ ਵੱਧਦਾ ਹੀ ਜਾ ਰਿਹਾ। ਟੂਲ ਕਿਟ ਮਾਮਲੇ ਵਿੱਚ ਹੁਣ 7ਵਾਂ ਨਾਮ ਸਾਹਮਣੇ ਆਇਆ ਹੈ। ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ ਵੀ ਪੁਲਿਸ ਰਡਾਰ ਉੱਤੇ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਿਕਿਤਾ ਜੈਕਬ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਹੈ। ਸ਼ਾਂਤਨੂ ਮੁਲਕ ਨੂੰ ਟ੍ਰਾਂਜ਼ਿਟ ਅਗਾਊ ਜ਼ਮਾਨਤ ਮਿਲ ਚੁੱਕੀ ਹੈ। ਇਹਨਾਂ ਤੋਂ ਇਲਾਵਾ ਪੁਨੀਤ ਫਰੈਡਰਿਕ ਵੀ ਪੁਲਿਸ ਦੀ ਰਡਾਰ ਉੱਤੇ ਹਨ। ਇਹਨਾਂ ਸਭ ਤੋਂ ਇਲਾਵਾ ਖਾਲਿਸਤਾਨੀ ਭਜਨ ਸਿੰਘ ਭਿੰਡਰ ਨਾਲ ਵੀ ਸਾਜ਼ਿਸ਼ ਦੇ ਤਾਰ ਜੁੜਦੇ ਨਜ਼ਰ ਆ ਰਹੇ ਨੇ। ਕੈਨੇਡਾ ਦੇ ਵੈਨਕੂਵਰ 'ਚ ਰਹਿਣ ਵਾਲੀ ਅਨੀਤਾ ਲਾਲ ਪੋਇਟਿਕ ਜਸਟਿਸ ਵਾਲੇ ਮੋ ਧਾਲੀਵਾਲ ਦੀ ਸਾਥੀ ਹੈ। ਉਸ ਦੇ ਕਾਰੋਬਾਰ ਤੋਂ ਲੈ ਕੇ ਖਾਲਿਸਤਾਨੀ ਏਜੰਡੇ ਤੱਕ ਸਭ ਵਿੱਚ ਹਿੱਸੇਦਾਰੀ ਮੰਨੀ ਜਾ ਰਹੀ ਹੈ। ਅਨੀਤਾ ਲਾਲ ਇਸ ਸੰਸਥਾ ਦੀ ਕਾਰਜਕਾਰੀ ਨਿਰਦੇਸ਼ਕ ਵੀ ਹੈ। ਮੰਨਿਆ ਜਾਂਦਾ ਹੈ ਕਿ ਅਨੀਤਾ ਲਾਲ ਹੀ ਮੋ ਧਾਲੀਵਾਲ ਦੀ ਮੁੱਖ ਐਡਵਾਈਜ਼ਰ ਹੈ। ਅਨੀਤਾ ਲਾਲ ਦਾ ਟਵਿੱਟਰ ਅਕਾਊਂਟ ਦੇਖੀਏ ਤਾਂ ਅਨੀਤਾ ਲਾਲ ਕਿਸਾਨ ਅੰਦੋਲਨ ਤੇ ਭਾਰਤ ਦੇ ਖਿਲਾਫ ਚੱਲ ਰਹੇ ਹੈਸ਼ਟੈਗ ਦੀ ਲਗਾਤਾਰ ਇਸਤੇਮਾਲ ਕਰ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਅਨੀਤਾ ਲਾਲ ਦਾ ਵੀ ਟੂਲ ਕਿਟ ਵਿੱਚ ਜ਼ਿਕਰ ਹੈ। ਅਨੀਤਾ ਲਾਲ ਨੂੰ ਕੈਂਪੇਨ ਚਲਾਉਣ ਵਿੱਚ ਮਾਹਰ ਮੰਨਿਆ ਜਾਂਦਾ ਹੈ। ਕੈਂਪੇਨਿੰਗ ਤੇ ਮਾਰਕੀਟਿੰਗ ਵਿੱਚ ਉਸ ਨੂੰ ਕਰੀਬ 2 ਦਹਾਕਿਆਂ ਦਾ ਤਜਰਬਾ ਹੈ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ਉੱਤੇ ਤਲਵਾਰਬਾਜ਼ੀ ਕਰਨ ਵਾਲੇ 30 ਸਾਲ ਦੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕਾਰ ਏਸੀ ਮਕੈਨਿਕ ਮਨਿੰਦਰ ਸਿੰਘ ਨੂੰ ਮੰਗਲਵਾਰ ਰਾਤ 8:45 ਵਜੇ ਉੱਤਰ ਪੱਛਮੀ ਦਿੱਲੀ ਦੇ ਪ੍ਰੀਤਮਪੁਰਾ ਦੇ CD ਬਲਾਕ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਮਨਿੰਦਰ ਸਿੰਘ ਸਵਰੂਪ ਨਗਰ ਵਿੱਚ ਆਪਣੇ ਘਰ ਦੇ ਨੇੜੇ ਤਲਵਾਰਬਾਜ਼ੀ ਦਾ ਸਿਖਲਾਈ ਸਕੂਲ ਵੀ ਚਲਾਉਂਦਾ ਹੈ। DCP ਪ੍ਰਮੋਦ ਸਿੰਘ ਕੁਸ਼ਵਰ ਨੇ ਦੱਸਿਆ ਕਿ ਮਨਿੰਦਰ ਸਿੰਘ ਨੂੰ ਇੱਕ ਵੀਡੀਓ ਵਿੱਚ ਲਾਲ ਕਿਲੇ ਉੱਤੇ 2 ਤਲਵਾਰਾਂ ਨਾਲ ਤਲਵਾਰਬਾਜ਼ੀ ਕਰਦੇ ਦੇਖਿਆ ਗਿਆ ਸੀ, ਜਿਸ ਦਾ ਮਕਸਦ ਤਲਵਾਰਾਂ, ਖੰਡਿਆਂ, ਲੋਹੇ ਦੀਆਂ ਰਾਡਾਂ, ਕੁਹਾੜੀਆਂ ਅਤੇ ਡੰਡਿਆਂ ਆਦਿ ਨਾਲ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨ ਜਾਂ ਹਿੰਸਾ ਕਰਨ ਵਾਲੇ ਦੋਸ਼ ਵਿਰੋਧੀ ਤੱਤਾਂ ਅਤੇ ਗਣਤੰਤਰ ਦਿਵਸ ਮੌਕੇ ਇਤਿਹਾਸਿਕ ਸਮਾਰਕ ਲਾਲ ਕਿਲੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਉਕਸਾਉਣਾ ਜਾਂ ਭੜਕਾਉਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 120 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਕਥਿਤ ਯੌਨ ਉਤਪੀੜਨ ਮਾਮਲੇ 'ਚ ਫਸਾਉਣ ਦੀ ਯੋਜਨਾ ਦੀ ਜਾਂਚ ਲਈ ਖੁਦ ਨੋਟਿਸ ਦੇ ਆਧਾਰ ਉੱਤੇ ਸ਼ੁਰੂ ਕੀਤੀ ਗਈ ਜਾਂਚ ਪ੍ਰਕਿਰਿਆ ਬੰਦ ਕਰਨ ਦਾ ਫੈਸਲਾ ਲਿਆ। ਜੱਜ ਸੰਜੇ ਕਿਸ਼ਨ ਕੌਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਕਰੀਬ 2 ਸਾਲ ਬੀਤ ਗਏ ਹਨ ਅਤੇ ਜਾਂਚ ਲਈ ਇਲੈਕਟ੍ਰੋਨਿਕ ਰਿਕਾਰਡ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਖੁਦ ਨੋਟਿਸ ਨਾਲ ਸ਼ੁਰੂ ਕੀਤੀ ਗਈ ਜਾਂਚ ਪ੍ਰਕਿਰਿਆ ਬੰਦ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜੱਜ ਗੋਗੋਈ ਵਿਰੁੱਧ ਉਤਪੀੜਨ ਮਾਮਲੇ ਦੀ ਅੰਦਰੂਨੀ ਜਾਂਚ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਜੱਜ ਐਸਏ ਭੋਬੜੇ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਪੈਨਲ ਨੇ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ। ਬੈਂਚ ਵਿੱਚ ਜੱਜ AS ਬੱਪਨਾ ਅਤੇ ਜੱਜ V ਰਾਮਾ ਸੁਬਰਮਨੀਅਮ ਵੀ ਸ਼ਾਮਲ ਸਨ। ਬੈਂਚ ਨੇ ਕਿਹਾ ਕਿ ਜੱਜ A ਤੇ ਪਟਨਾਇਕ ਪੈਨਲ ਯੋਜਨਾ ਦੀ ਜਾਂਚ ਕਰਨ ਲਈ WhatsApp ਮੈਸੇਜ ਵਰਗੇ ਇਲੈਕਟ੍ਰੋਨਿਕ ਰਿਕਾਰਡ ਪ੍ਰਾਪਤ ਨਹੀਂ ਕਰ ਸਕਿਆ। ਇਸ ਲਈ ਖੁਦ ਨੋਟਿਸ ਨਾਲ ਸ਼ੁਰੂ ਕੀਤੇ ਗਏ ਮਾਮਲੇ ਨਾਲ ਕੋਈ ਉਦੇਸ਼ ਪੂਰਾ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਖੁਫੀਆ ਬਿਊਰੋ ਦੇ ਡਾਇਰੈਕਟਰ ਦੀ ਚਿੱਠੀ ਦਾ ਹਵਾਲਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੱਜ ਗੋਗੋਈ ਨੇ ਅਸਾਮ ਵਿੱਚ ਰਾਸ਼ਟਰੀ ਜਨਸੰਖਿਆ ਰਜਿਸਟ੍ਰੇਸ਼ਨ ਸਮੇਤ ਹੋਰ ਕਈ ਮੁਸ਼ਕਲ ਫੈਸਲੇ ਸੁਣਾਏ ਹਨ। ਇਸ ਲਈ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਜੱਜ ਪਟਨਾਇਕ ਦੇ ਹਵਾਲੇ ਤੋਂ ਬੈਂਚ ਨੇ ਕਿਹਾ ਕਿ ਇਹ ਮੰਨਣ ਦੇ ਠੋਸ ਕਾਰਨ ਹਨ ਕਿ ਸਾਬਕਾ ਚੀਫ ਜਸਟਿਸ ਗੋਗੋਈ ਨੂੰ ਫਸਾਉਣ ਦੀ ਸਾਜ਼ਿਸ਼ ਕੀਤੀ ਗਈ ਹੋਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ ਇੱਕ ਸਾਬਕਾ ਮਹਿਲਾ ਕਰਮੀ ਨੇ ਸਾਬਕਾ ਚੀਫ ਜਸਟਿਸ ਗੋਗੋਈ ਉੱਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ। ਇਹ ਜਨਾਨੀ 2018 ਵਿੱਚ ਜਸਟਿਸ ਗੋਗੋਈ ਦੇ ਘਰ ਬਤੌਰ ਜੂਨੀਅਰ ਕੋਰਟ ਅਸਿਸਟੈਂਟ ਤਾਇਨਾਤ ਸੀ। ਜਨਾਨੀ ਦਾ ਦਾਅਵਾ ਸੀ ਕਿ ਬਾਅਦ ਵਿੱਚ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਨੇ ਬੁੱਧਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਦੇ ਉਸ ਫੈਸਲੇ ਦਾ ਸਵਾਗਤ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਦੇਸ਼ ਧਰੋਹ ਦੇ ਕਾਨੂੰਨ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਟਕੈਤ ਨੇ ਕਿਹਾ ਕਿ ਦੇਸ਼ ਧਰੋਹ ਕਾਨੂੰਨ ਬਾਰੇ ਸੁਣਾਏ ਗਏ ਫੈਸਲੇ ਨੂੰ ਲੈ ਕੇ ਅਦਾਲਤ ਬਿਲਕੁਲ ਠੀਕ ਹੈ ਅਤੇ ਮੈਂ ਉਸ ਦੇ
फैसले का स्वागत करता हाँ। जिक्रयोग है कि किसान अंदोलन के विरोध ਨੂੰ ਲੈ ਕੇ फेसबुक उत्ते फर्जी वीडियो पोस्ट करने के दोषी एक शख्स ਨੂੰ ਜ਼ਮਾਨਤ ਦਿੰਦੇ ਹੋਏ दिल्ली की एक अदालत ने कहा कि शरारती अंसਰਾਂ ਨੂੰ ਦਬਾਉਣ ਦੇ ਨਾਂ ਹੇਠ ਅਸ਼ਾਂਤ ਲੋਕਾਂ ਨੂੰ ਸ਼ਾਂਤ ਕਰਨ ਲਈ ਦੇਸ਼ ਧਰੋਹ ਕਾਨੂੰਨ ਦਾ ਵਾਸਤਾ नहीं पाया जा सकता। एडिशनल सैशनल जज धर्मिंदर राणा ने कहा कि जेकर अव्यवस्था पैदा करन, जनतक शांति भंग करन जां हिंसा फैलाउण लई उकसावे दा सहारा नहीं लिया गया तो देश धरोह दा कानून लागू नहीं किया जा सकता। तकेत ने कहा कि किसानां दी आवाज़ नूं दबाउण लई बंदूकां इस्तेमाल कीतियां जा रहीआं ने। किसानां दा अंदोलन एक विचारधारक है। इह संघर्ष किसानां दे हक्कां लई है। असीं बार्डरां उत्ते अपने हक्कां लई डटे हां अते उदों तक डटे रवांगे ਜਦੋਂ तक साडे हक सानूं नहीं मिल जांदे। उन्होंने ने कहा कि ਜਿਹੜੇ संघर्ष किसी उद्देश्य नाल शुरू ਹੁੰਦੇ ਨੇ ਉਹਨਾਂ ਨੂੰ ਬੰਦੂਕਾਂ ਦਾ ਡਰ ਵਿਖਾ ਕੇ ਪਟੜੀ ਤੋਂ ਹੇਠਾਂ नहीं उतारिया जा सकता। टूल किट मामले में गिरफ्तार वातावरण कारकुन दिशा रवि ने दिल्ली हाईकोर्ट में पटिशन दायर करके जांच नाल जुड़ी जानकारी उन्होंने निजी चैट किसी तीसरी धिर नूं उपलब्ध ना कराउण संबंधी दिल्ली पुलिस नूं हदायत देण दी मांग की है। वकील अदाकार शेखरी संजना श्री कुमार वरिंदरा भंडारी जरिए दायर पटिशन में दिशा ने कहा कि जांच नाल जुड़ी जानकारी मीडिया में लीक ना करन संबंधी पुलिस नूं हदायत दी जावे। नाल ही मीडिया नूं उन्होंने निजी चैट प्रकाशित करन तो भी रोकिया जावे। दस दईए कि मंगलवार नूं दिशा की अर्जी उत्ते हेठली अदालत ने उन्होंने नूं वकील करन, अपने परिवारिक मैंबरां नाल गलबात करन, गरम कपड़े, किताबां ते घर दा खाना खाण दी इजाजत दित्ती सी। इस तो पहले दिशा नूं शनिचरवार नूं बेंगलुरु तो गिरफ्तार किया गया सी। मौजूदा समय और पुलिस हिरासत विच ने। दिशा ने हिरासत विच उक्त समान देण दी मांग करते हुए पटियाला हाउस कोर्ट विच अर्जी दाखिल की सी। मुख्य मैट्रोपोलीटन मैजिस्ट्रेट पंकज शर्मा ने इस तो इलावा टूल किट मामले विच FIR, रिमांड एप्लीकेशन ते अरैसट मैमो दिशा नूं उपलब्ध कराउण दी इजाजत दित्ती सी। कनेडा के मिसिसागा की अंतरराष्ट्रीय पियर्सन एयरपोर्ट विखे अंतरराष्ट्रीय यात्रियों वालों पहुंचने तो बाद कोविड टेस्ट ना कराने के दोषों हेठ हुण तक 31 टिकटां दित्तियां जा चुकियां ने। इन्हां टिकटां विचों 18 टिकटां इस एयरपोर्ट उत्ते ड्रग फोर्ड सरकार वालों कोविड टेस्ट लाजमी करने के पहले हफ्ते फरवरी 1 तो फरवरी 7 के विचकार ते बाकी 13 टिकटां उस तो बाद विच दित्तियां गईयां ने। कोविड टेस्ट ना कराउण उत्ते $750 का जुर्माना लाया जाता है। चीन विच घट गिणती भाईचारिਆਂ नाल किस तरह का व्यवहार हुंदा है इस तो हर कोई वाकफ है। इस नूं देखते हुए अमरीकी राष्ट्रपति जो बाइडन ने चीन नूं मनुखी अधिकारां की उलंघना नूं लैके चेतावनी दी है। उन्होंने कहा कि मनुखी अधिकारां की उलंघना की चीन नूं भारी कीमत अदा करनी पवेगी। बाइडन ने दस्सिया कि उन्होंने चीनी राष्ट्रपति शी जिनपिंग नूं अपने फोन कॉल दौरान मनुखी अधिकारां की उलंघना संबंधी अमरीका के रुख बारे दस्सिया। बाइडन ने कहा कि मैं यह स्पष्ट कर रहा हाँ कि असीं संयुक्त राष्ट्र और होरनां एजेंसियों तो मनुखी अधिकारां के पक्ष में आवाज़ उठाउण दे अपनी भूमिका नूं निभावांगे जो उन्हां दे दृष्टिकोण उत्ते प्रभाव पाउंदा है। चीन विश्व गुरु बनने लई कोशिश कर रहा है। इस नूं हासिल करन लई अते अजिहा करन विच समर्थ होण लई उन्हां नूं होरनां देशां दा भरोसा हासिल करना होवेगा। जद तक ਉਹ मनुखी अधिकारां दे उल्ट सरगर्मियां विच शामिल होणगे अजिहा करना उन्हां लई मुश्किल होवेगा। फैडरल सरकार द्वारा हाल ही दे नवे यात्रा नियम ऐलान किए गए हैं। इन्हां विच कनेडा दाखिल होने ते कोविड-19 टेस्ट करवाउण ते 2 हफ्तिਆਂ का क्वारंटीन शामिल है, जिस विचों ड्राइवर्स नूं छूट मिलेगी। इसका मतलब है कि उन्होंने लाजमी टेस्ट ते 2 हफ्ते का क्वारंटीन नहीं करना पवेगा। कनेडा सरकार वालों 22 फरवरी तो कनेडा च दाखिल होने वाले अंतरराष्ट्रीय यात्रियों नूं 3 दिन लई सरकार वालों मंजूरशुदा होटलों में रख के लाजमी करोना टेस्ट और क्वारंटीन करवाया जाएगा। कनेडा बॉर्डर सर्विस एजेंसी के अनुसार 21 मार्च 2020 तो हुण तक कनेडा में होईयां 10 मिलियन एंट्रियां विच लगभग 4.6 मिलियन एंट्रियां ਵਪਾਰਕ ਟਰੱਕ ਡਰਾਈਵਰਾਂ ਦੁਆਰਾ ਕੀਤੀਆਂ ਗਈਆਂ ਸਨ ਜੋ ਜ਼ਮੀਨ ਦੇ ਰਸਤੇ ਹੋਈਆਂ ਸਨ। ਇੱਥੇ ਜ਼ਿਕਰ ਹੈ ਕਿ ਟਰੱਕ ਡਰਾਈਵਰ ਇਸ ਮਹਾਮਾਰੀ ਦੌਰਾਨ ਬਾਰਡਰ ਪਾਰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਨ। ਸਰਕਾਰਾਂ ਨੇ ਉਹਨਾਂ ਨੂੰ ਕੁਆਰੰਟੀਨ ਅਤੇ ਸਾਰੀਆਂ ਕੋਵਿਡ-19 ਟੈਸਟ ਦੀਆਂ ਜ਼ਰੂਰਤਾਂ ਤੋਂ ਛੋਟ ਦੇ ਦਿੱਤੀ ਹੈ। ਸਰਕਾਰਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਤੋਂ ਉਹਨਾਂ ਦਾ ਬਚਾਅ ਹੋ ਸਕੇ। दुबई की अगवा प्रिंसेस लतीफा के मामले में नवे ड्रामाई वेरवे सामने आए हैं। उन्होंने सहेली टीना कोल कई महीनों तो राजकुमारी की कोई खबर नहीं है। राजकुमारी दुबई में अगवा करके हिरासती केंद्र में रखे जाने तो बाद लंबा अरसा टीना के राबते में रहे सन, जबकि हुण अचानक उन्हों का राबता टुट गया। पिछली बार जदों मिलियां सन तां एक याट उपर लेटियां आसमान में तारे देख रही सन। यह वो समा सी जदों फरवरी 2018 में लतीफा दुबई में कड्ढण की एक खतरनाक विਉਂਤ बना रहे सन। दुबई के शासक की बेटी प्रिंसेस लतीफा अल मकतूल ने 2018 में देश तो भज्जण की कोशिश की सी, पर बाद में उन्होंने फड़ लिया गया सी। इस तो बाद उन्होंने अपने दोस्तों को एक वीडियो संदेश भेजा सी जिस विच वो अपने पिता उपर उन्होंने कैदी बना के रखने का इल्जाम ला रहे हैं और अपनी जान खतरे में होने बारे कह रहे हैं। राजकुमारी लतीफा का वीडियो फुटेज BBC पैनोरमा नूं मिलिया जिस विच वो कह रहे हैं कि किश्ती में भज्जण दौरान कमांडोआं ने उन्होंने फड़ लिया सी अते उन्होंने हिरासती केंद्र में ले जाया गया सी। उन्होंने खुफिया सुनेहे आने बंद हो चुके हैं जिस तो बाद उन्होंने दोस्तों ने संयुक्त राष्ट्र तो दखल की मांग की है।
ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਰਾਜਕੁਮਾਰੀ ਆਪਣੇ ਪਰਿਵਾਰ ਨਾਲ ਪੂਰਨ ਤੌਰ ਉੱਤੇ ਮਹਿਫੂਜ਼ ਹਨ। ਰਾਜਕੁਮਾਰੀ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਦੂਮ ਦੇ 25 ਬੱਚਿਆਂ ਵਿੱਚੋਂ ਇੱਕ ਹੈ। ਸਾਕਾ ਨਨਕਾਣਾ ਸਾਹਿਬ ਦੀ 100ਵੀਂ ਬਰਸੀ ਉੱਤੇ ਅੰਤਰਰਾਸ਼ਟਰੀ ਪੱਧਰ ਦੀ ਜ਼ੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਸਾਕਾ ਨਨਕਾਣਾ ਸਾਹਿਬ ਦੀ ਸ਼ਹੀਦੀ ਬਾਰੇ ਜ਼ਿਕਰ ਕੀਤਾ ਗਿਆ, ਉੱਥੇ ਧਾਰਮਿਕ ਆਜ਼ਾਦੀ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਕੋ-ਚੇਅਰਪਰਸਨ ਕਾਂਗਰਸਮੈਨ ਜੌਨ ਗੈਰਾਮੰਡੀ ਅਤੇ ਕਾਂਗਰਸਮੈਨ ਡੇਵਿਡ ਵਾਲਾਡਾਓ ਤੋਂ ਇਲਾਵਾ UN ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਖਤਿਆਰ ਚੀਮਾ, USCIRAF ਦੀ ਕਮਿਸ਼ਨਰ ਨਦੀਨ ਮਿੰਜ਼ਾ, ਸਾਬਕਾ ਕਾਂਗਰਸਮੈਨ ਪੈਟ ਮੇਹਾਨ, ਅਮਰੀਕਨ ਸਿੱਖ ਕਾਕਸ ਦੇ ਐਗਜ਼ੈਕਟਿਵ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ, ਇਮੀਗ੍ਰੇਸ਼ਨ ਡਿਫੈਂਸ ਅਟਾਰਨੀ ਜਸਪ੍ਰੀਤ ਕੌਰ ਅਤੇ ਡਾਕਟਰ ਕਸ਼ਮੀਰ ਸਿੰਘ ਨੇ ਇਸ ਜ਼ੂਮ ਮੀਟਿੰਗ ਦੌਰਾਨ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਆਗੂਆਂ ਦਾ ਕਹਿਣਾ ਸੀ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਧਾਰਮਿਕ ਆਜ਼ਾਦੀ ਦੀ ਆਵਾਜ਼ ਨੂੰ ਬੁਲੰਦ ਕਰੀਏ ਤਾਂ ਕਿ ਸਿੱਖ ਕੌਮ ਦੀ ਆਜ਼ਾਦੀ ਬਹਾਲ ਕੀਤੀ ਜਾ ਸਕੇ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਇਸ ਜ਼ੂਮ ਮੀਟਿੰਗ ਦੀ ਕਾਮਯਾਬੀ ਉੱਤੇ ਤਸੱਲੀ ਦਾ ਇਜ਼ਹਾਰ ਕੀਤਾ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੁੱਦੇ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ। My name is Harpreet Sandhu, and I'm the co-executive director of the American Sikh Caucus Committee. Before we discuss the meeting, a brief history of our organization and our close relationship with the American Sikh Congressional Caucus. As you have mentioned before, our both co-chairs, Congressman John Garamendi and also Congressman David Valadao, are here, and our former co-chair, Congressman Patrick Meehan, is also live with us. Caucus seeks to address issues of hate crime, school bullying, serving in the military with the articles of faith of the Sikh religion to represent the Sikh diaspora. Over the years, they've taken a stand on desecration of the Sikh holy scriptures, the Guru Granth Sahib, violence on religious minorities, safety of Sikhs in Afghanistan, the Sikh Marriage Act in Pakistan and India, assistance to individuals who are Sikhs that may seek assistance from the State Department, and hosts of other issues. And today we are holding a briefing on the Nankana Sahib massacre. And as we will have panelists who will be addressing in context the repression against freedom of religion and the right to protest, it is an honor to have them all here today, who will be speaking shortly as Congressman Meehan will introduce them. To the addressing the issue of the Nankana Sahib. We are okay. Harpreet, thank you so much for your kind introduction and this important 100-year recognition of Nankana, February 20th, 1921, and the holy Gurdwara at Nankana Sahib, and certainly the birthplace. I apologize. Harpreet, don't share screen here. Yeah, I was about to finish up, Congressman. Let me just finish up. Okay. And we'll be done. So that by the 20th century, number of Sikh Gurdwaras under the British India were controlled by the clergymen who were appointed by the government. A non-violent movement began in 1920s, and under which members of the Sikh community went in droves as peaceful protest against the oppression of the Gurdwaras and the individuals. And as such, members went from many different places. And as you can see on the pictures in the following, you will see as people gathered throughout the places and different organizations. These are pictures from the Jathas, the movement people who went to the Gurdwaras to free them, to liberate them. And they were organized by the hundreds of thousands of individuals. And individuals such as men and women, as you can see here, who participated in this movement. The Nankana Sahib this episode was very much highlighted by press. As you can see, was covered by the Illustrated London News Weekly as well. Unfortunately, this Jathas were mainly led by many different peoples, specifically by Lakshman Singh on the morning of February 20th, arrived at Nankana Sahib, and they were met with hoodlums who had been gathered by the priests, and more than over 130 people, more than that, were killed. And within the massacre,
One person was survived, which is said to be by Lakshman Singh, who was fastened to a tree and was also burnt alive. And as you can see the pictures, the movement continued with different major marches to freedom of the Gurdwaras, such as the Morcha for Jabia, the Key Morcha, the Guru Ka Bagh, Jaitoda Morcha. Hundreds and thousands of men and women were going to these places. Eventually, 1947 happened and India became a country. Unfortunately, today, it's farmers of India and those of Punjab whose livelihood is in jeopardy are again facing the same kind of persecution. And we are so thankful. We are joined here with both congressmen. The chairs have written strongly to both the ambassador from India to the United States, as well as members of Congress who have written to the State Department. So it is, but as the caucus, as you had mentioned earlier, has worked on many different issues. For instance, when we worked with the Tom Lantos Human Rights Commission and bring his issues of minority rights, minority religions, and was attended by, as you see before COVID, by many, many people. And our panelists, as we have Nadine, who's the member of the USCIRF, their members at that time also attended our meetings. And as well as we're proud to have the caucus also work on genocide. As you can see, Adama Dieng, who was the Undersecretary of the United States and worked under the human rights and as well as the genocide in Rwanda, was the main speaker there as well and was presented. So all in all, the caucus has been working on these issues for the Sikh caucus, and today we're proud to also once again work on this issue. We're so honored, as mentioned before, our co-chairs have taken the lead on all the issues of the Sikh concerns. So we're thankful, and I will turn back to Congressman Meehan, who was also our former chair, and thank you for all of you who are attending, especially our speakers. Thank you very much. Thank you, Congressman. I'm honored to be here representing Sikh women. So I'm very, very proud, and I'm very happy to see all of you here. I would also like to thank everyone for giving me this opportunity. I'm honored to be here, to be honest. Given the current situation to the religious freedom, right to protest in India and everywhere else, today's discussion carries an extreme importance. I would also like to reflect on towards the history and also compare it to the contemporary as of today, like Dr. Chima here too. Guru Gobind Singh Ji, the 10th Guru of Sikhs, when created Khalsa in 1699 and gave last names of Singh and Kaur to men and women. Singh means lion and Kaur means princess. Having a common last name meant that everybody is equal, irrespective of their caste, color, social, and economic background. My last name, Kaur, to me reflects Sikh values of courage, equality, strength, social justice, and empathy. These qualities have been mine and a lot of other Sikh women's guiding principles, and we have continued to take inspirations from them and from these values. Guru Nanak Sahib Ji, the first Sikh Guru, laid the foundation of equal importance by creating to men and women in 15th century. He said, "Sokyo manda akiye jit jamme rajan," meaning, it is through women that order is maintained, then why call her inferior from all great ones are born? During his lifetime, Gurdwara, a house of worship, was introduced. It was a place where both men and women prayed together, were treated equally, had same rights. Women could be priests, they could pray, they could serve, sing hymns, and without any gender inequality. This concept at that time in 15th century was radical and unheard of by anybody at that time. In 1849, when British took over Punjab, control of Sikh Gurdwaras were handed over to Hindu Mahants. They started treating Gurdwaras as their personal property. Realizing the spirit and threat of the Sikhs uprising to seek freedom, British made Mahants more powerful and ensured that Sikhs didn't control or manage their own houses of worship or their own Gurdwaras. The Mahants practiced illicit activities, including disrespecting women, which was a violation of Sikh faith and belief. These actions deeply hurt Sikh sentiment and spirit and faith and conscience of Sikh population at the time, which led to the non-violent movement to free the Gurdwaras from these corrupt non-Sikh control and reintroduce Gurmat Maryada, which is a Sikh way of life, to such Sikh institutions.
Jathas, or the organized groups of Sikh, march in the protest to raise their voices for common cause. Although British were warned that any person serving food or taking care or water to these jathas or marches will be punished, villagers and in large number women were the ones who gathered and served these jathas. One glaring example of such women participation in the Morcha was Jatiya Morcha that happened in 1924 is of Balbir Kaur. Balbir Kaur was a 22-year-old young mother who participated in the Morcha with her 2-year-old son. She joined the protest and was immediately asked by the leader of the group to return, given that she was carrying the child. She asserted her right as of a Sikh woman and said that she's embracing her duty of equal representation, and she politely refused to turn back. Displaying her courage, strength, valor, she continued to march for several days with her child. When the march was nearing completion, it was evident that protesters would be killed, as British forces were ready to attack and shoot them. Balbir Kaur was determined to continue. She did not care for her son's life. She was ready to die for the cause. She continued to march and then attained martyrdom on February 21st, 1924. Martyr Balbir Kaur showed love, devotion, fearlessness to maintain the respect of her religious rights and freedom. She sacrificed her and her son's life for the greater good. Sikh women who participated in peaceful protest showed that a collective right is more important than our lives and personal interest. They stood up for their rights and sacrificed their homes, children's, spouses, sons, and their lives. During these 5 years of struggle, which was during 1920s to 1925, Sikh women fought shoulder to shoulder and equally contributed to the success of the Gurdwara reform movement, drawing inspirations from Mata Khivi, who established the Langar or the free kitchen system, and Mai Pago, a Sikh warrior who fought against Mughals. Women contributed to both aspects of women. Along with marching at the protest, they also contributed by cooking, distributing langar, serving food, water, and aiding to all the protesters who marched during these years. ਇਸ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।